कि एक मजदूर ही वर्ग है जिस दा सब तो ज़्यादा शोषण किया जाता है। क्यों? क्योंकि ये वर्ग पढ़िया लिखिया नहीं होंगे। ਜਦੋਂ ਸੰਘਰਸ਼ ਚਾਹੇ ਮਜ਼ਦੂਰਾਂ ਨੇ ਕੀਤਾ, ਚਾਹੇ ਕਿਸੇ ਹੋਰ ਜਨਤਾ ਨੇ ਕੀਤਾ, ਚਾਹੇ ਕਿਸੇ ਧਰਮ ਬਾਰੇ ਕੀਤਾ ਗਿਆ, ਜੋ ਵੀ ਸਮਾਜਿਕ ਜੋ ਵੀ ਤਬਦੀਲੀ ਆਈ ਹੈ ਉਹ ਸਾਰੀਆਂ ਤਬਦੀਲੀਆਂ ਦੇ ਤਕਰੀਬਨ ਪਤਾ ਸੀ। ਫਿਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਉਹਦੇ ਅਧਿਕਾਰਾਂ ਪ੍ਰਤੀ ਹਿੰਦੁਸਤਾਨ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਵੀ ਉਹ ਲਾਗੂ ਕੀਤਾ। ਲੇਕਿਨ ਫਿਰ ਵੀ ਜਿਹੜਾ ਮਜ਼ਦੂਰ ਆ ਤੇ ਤਜਰਬਾ ਆਪਾਂ ਨੂੰ ਉਸ ਸਮੇਂ ਹੀ ਮਿਲਦਾ ਜਦੋਂ ਆਪਾਂ ਕਿਤੇ ਨਾ ਕਿਤੇ ਘਰੋਂ ਬਾਹਰ ਨਿਕਲਦੇ ਹਾਂ, ਕਿਸੇ ਨਾ ਕਿਸੇ ਸੁਸਾਇਟੀ ਨਾਲ, ਕਿਸੇ NGO ਨਾਲ, ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜਦੇ ਹਾਂ। ਪੀਣ ਵਾਲਿਓ ਬੱਜੀਆਂ ਨਾ ਰਹਿਣ ਇਹ ਰਵੈਤੀ ਲੜੀਆਂ, ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਮੁਲਕ ਛੋਟੇ ਛੋਟੇ ਖਾੜੀ ਮੁਲਕ ਆਜ਼ਾਦ ਹੋਏ, ਉਹ ਬਹੁਤ ਤਰੱਕੀ ਕਰ ਗਏ। ਸਿੰਗਾਪੁਰ ਇੱਕ ਛੋਟਾ ਜਿਹਾ ਮੁਲਕ ਆ, ਉਸ ਨੂੰ 1965 ਵਿੱਚ ਆਜ਼ਾਦ ਹੁੰਦਾ ਤੇ ਜਦ ਕਿ ਖਾੜੀ ਮੁਲਕ 1971 ਵਿੱਚ ਆਜ਼ਾਦ ਹੁੰਦੇ। It's just set to celebrate the hard work and achievements of the labor group। इन तो लैके असमान तक जो बिल्डिंगां महल सारे सारदा मजदूर, पर ਉਹਨੂੰ ਜਦੋਂ ਆਪਣੇ ਲਈ ਉਦੋਂ ਆਪਣੇ ਕੋਈ ਜ਼ਿੰਦਗੀ ਦੇ ਵਿੱਚ ਮੰਨਣ ਤੇ ਹਾਲਾਤ ਹੋਈ ਨਹੀਂ। ਜਦੋਂ ਤੋਂ ਸਮਾਜ ਸਿਰਜਿਆ ਗਿਆ ਤੇ ਹਮੇਸ਼ਾ ਹੀ ਦੋ ਵਰਗਾਂ ਦੇ ਵਿੱਚ ਜੰਗ ਤੇ ਯੁੱਧ ਦਾ ਮਾਹੌਲ ਬਣਿਆ ਰਿਹਾ। वहाँ वाक अनुसार इस जीवन ਨੂੰ ਚੰਗੀ ਪੱਧਰ ਨਾਲ ਜਿਉਣ ਵਾਸਤੇ ਵੀ ਇੱਕ ਗੱਲ ਦਾ ਮਾਣ ਵੀ ਹੁੰਦਾ, ਖੁਸ਼ੀ ਵੀ ਆ ਕਿ ਪਿਤਾ ਨੇ ਜੇ ਇਹ ਲੜਾਈ ਲੜੀ ਆ ਤਾਂ ਅੱਜ ਮਾਸਟਰ ਪਰਸ਼ੋਤਮ ਲਾਲ ਜੀ ਨੇ ਜਿਹੜੇ ਅੱਜ ਇੱਥੇ ਜ਼ਿਕਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। गुरु प्यारी साध संगत जी, अज लेबर डे है 1 मई। सारे मजदूरां वीरां नूं बहुत बहुत बधाई, क्योंकि अज दे दिन असी उन्हां समस्यावां बारे गल करनी हाँ जिन्हां इस समय मजदूरां नूं प्रॉब्लम मुश्किलां जिहड़ियां आ वो आउंदियां है। जिस तरह मेरे तो पहला बुलारियां ने गल कीती है कि एक मजदूर ही वर्ग है जिस दा सब तो ज़्यादा शोषण किया जाता है। क्यों? क्योंकि ये वर्ग पढ़िया लिखिया नहीं होंगे। इस वर्ग नूं रोटी की जरूरत है ते जो वर्ग पढ़िया लिखिया है उसने इसका शोषण करना, उसनों इसकी मजबूरी का पता है। जिस तरह शिकागो की घटना हुई सी, उस तो पहला इस तरह ही 10-10 घंटे 12-12 घंटे किसी वेले तो इस तरह का समा हुंदा सी कि फैक्ट्री दे विच मजदूर चले जाते सी, लेकिन उन्होंने ये नहीं सी पता हुंदा कि असी वापस कदों आउणा। बाहरले जिहड़े आ वो गेट बंद कर लेने, अंदर जो भी उन्हां तो काम लेना, किस तरह का काम लैंदे सी, कोई बंदियां वाला काम नहीं सी लैंदे। जिस तरह पशुओं के नाल व्यवहार किया जाता सी उस तरह का काम लैंदे। इसे करके फिर ये क्रांति जिहड़ी शिकागो दी इकट्ठे होना पिया भी भाई असी 8 घंटे काम करांगे, इस तो ज़्यादा जे काम साडे कोल लेना आ तो असी उसका ओवर टाइम लवांगे। इसी घटना नूं बेस बना के रूस दे विच रूस दे क्रांतिकारी मजदूरां ते किसानां ने इकट्ठे होके रूस दी जिहड़े सी राजे महाराजे उन्हां दा तख्ता जिहड़ा सी पलट दिता और रूस दी क्रांति ने यह सिद्ध कर दिता कि जे मजदूर ते किसान इकट्ठे हो जान ते दुनिया दे किसी भी राजे महाराजे नूं ये संघासन दे उत्ते बैठण नहीं दे सकते। ये राज मजदूरां ते किसानां दा आ जाएगा और होया भी इस तरह। 1900 जदों पहली
ਵਿਸ਼ਵ ਯੁੱਧ ਹੋਈ ਆ, ਉਸ ਤੋਂ ਬਾਅਦ ਰਸ਼ੀਆ ਦੀ ਕ੍ਰਾਂਤੀ ਹੋਈ ਆ, ਉਸ ਤੋਂ ਬਾਅਦ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਵੀ ਇਹ ਸੁਗੰਧੀ ਜਿਹੜੀ ਹੈ ਕ੍ਰਾਂਤੀ ਦੀ ਇਹ ਆਉਣੀ ਸ਼ੁਰੂ ਹੋ ਗਈ ਸੀ ਵੀ ਹੌਲੀ ਹੌਲੀ ਰੂਸ ਦੇ ਨਾਲ ਹੋਰ ਦੇਸ਼ਾਂ ਦੇ ਵਿੱਚ ਵੀ ਮਜ਼ਦੂਰਾਂ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਇਸ ਆਪਣੀ ਹੱਕ ਨੂੰ, ਇਸ ਆਪਣੇ ਰਾਜ ਨੂੰ ਉਸ ਰਾਜਿਆਂ ਦੇ ਹੱਥੋਂ ਆਜ਼ਾਦੀ ਜਿਹੜੀ ਸੀ ਉਹ ਪ੍ਰਾਪਤ ਕੀਤੀ। ਵੀਰੋ, ਮਜ਼ਦੂਰਾਂ ਦੇ ਵਿੱਚ ਬਹੁਤ ਸ਼ਕਤੀ ਹੈ, ਲੇਕਿਨ ਜੇ ਇਹਨਾਂ ਦੀ ਸ਼ਕਤੀ ਨੂੰ ਸੰਗਠਨ ਕੀਤਾ ਜਾਵੇ, ਲੇਕਿਨ ਸੰਗਠਨ ਨਾ ਹੋਣ ਕਰਕੇ ਇਹਨਾਂ ਦਾ ਸ਼ੋਸ਼ਣ ਅੱਜ ਵੀ ਹੁੰਦਾ ਹੈ। ਫੈਕਟਰੀਆਂ ਦੇ ਵਿੱਚ ਦੇਖ ਲਓ, ਢਿੱਡ ਦੀ ਅੱਗ ਕਰਕੇ, ਘਰ ਦੀਆਂ ਮਜਬੂਰੀਆਂ ਕਰਕੇ ਅਸੀਂ ਸੰਘਰਸ਼ ਕਰਨਾ ਛੱਡ ਦਿੱਤਾ ਹੈ। ਸਾਨੂੰ ਪਤਾ ਹੈ ਕਿ ਜੇ ਸੰਘਰਸ਼ ਕਰਾਂਗੇ ਤਾਂ ਸਾਨੂੰ ਕੰਮ ਤੋਂ ਮਾਲਕ ਨੇ ਬਾਹਰ ਵੀ ਕੱਢ ਦੇਣਾ। ਜੋ ਵੀ ਸਾਡੇ ਬੁਲਾਰਿਆ ਹੈ ਬਹੁਤ ਅੱਛਾ ਸਾਨੂੰ ਗਿਆਨ ਦਿੱਤਾ, ਬਹੁਤ ਕੁਝ ਸਮਝਾਇਆ। ਅੱਜ ਯੁੱਗ 'ਤੇ ਅਸੀਂ ਟਾਈਮ ਟੂ ਟਾਈਮ ਗੱਲ ਕਰਾਂਗੇ ਕਿਉਂਕਿ ਸਮਾਂ ਬਹੁਤ ਲਿਮਟਿਡ ਹੁੰਦਾ ਹੈ। ਜੋ ਪਹਿਲਾ ਸਮਾਂ ਸੀ ਜਦੋਂ ਕੋਈ ਬੰਦਾ ਕੋਈ ਬੁਰਾ ਕਰਦਾ, ਲੜਾਈ ਕਰਦਾ, ਬਹੁਤ ਜਲਦੀ ਪਤਾ ਲੱਗ ਜਾਂਦਾ ਸੀ। ਜਦੋਂ ਸੰਘਰਸ਼ ਚਾਹੇ ਮਜ਼ਦੂਰਾਂ ਨੇ ਕੀਤਾ, ਚਾਹੇ ਕਿਸੇ ਹੋਰ ਜਨਤਾ ਨੇ ਕੀਤਾ, ਚਾਹੇ ਕਿਸੇ ਧਰਮ ਬਾਰੇ ਕੀਤਾ ਗਿਆ, ਜੋ ਵੀ ਸਮਾਜਿਕ ਜੋ ਵੀ ਤਬਦੀਲੀ ਆਈ ਹੈ ਉਹ ਸਾਰੀਆਂ ਤਬਦੀਲੀਆਂ ਦੇ ਤਕਰੀਬਨ ਪਤਾ ਸੀ। ਅੱਜ ਦੇ ਯੁੱਗ ਦੇ ਵਿੱਚ ਜੋ ਦੇਖਣ ਵਾਲੀ ਚੀਜ਼ ਹੈ, ਸਭ ਤੋਂ ਖਤਰਨਾਕ ਚੀਜ਼ ਜੋ ਹੈ ਉਹ ਇਨਸਾਨ ਦਾ ਦਿਮਾਗ ਹੈ। ਉਹ ਦਿਮਾਗ ਨੂੰ ਆਪਾਂ ਕਿੱਥੇ ਲੈ ਕੇ ਜਾਂਦੇ ਹਾਂ? ਚਾਹੇ ਤਾਂ ਆਪਾਂ ਆਪਣੀ ਸੋਚ ਨੂੰ ਚੰਗੇ ਪਾਸੇ ਲਾ ਲਈਏ, ਚਾਹੇ ਆਪਾਂ ਸੋਚ ਨੂੰ ਮਾੜੇ ਪਾਸੇ ਲਾ ਲਈਏ। ਤੀਸਰੀ ਇੱਕ ਸੋਚ ਹੋਰ ਹੈ, ਉਹ ਸੋਚ ਹੈ ਸਿਰਫ ਜਿਹਨੂੰ ਕਹਿੰਦੇ ਨੇ ਵੀ ਆਪਣਾ ਸੈਲਫਿਸ਼, ਸਿਰਫ ਆਪਣੇ ਲਈ। ਉਹ ਸੋਚ ਸਭ ਤੋਂ ਖਤਰਨਾਕ ਹੈ। ਜਦੋਂ ਕੋਈ ਮਾੜੀ ਸੋਚ ਹੁੰਦੀ ਉਹਦਾ ਜਲਦੀ ਪਤਾ ਲੱਗ ਜਾਂਦਾ ਹੈ। ਜਿਹੜੀ ਸੈਲਫਿਸ਼ ਸੋਚ ਹੈ, ਸਿਰਫ ਆਪਣੇ ਮਤਲਬ ਦੀ ਸੋਚ ਹੈ, ਉਹ ਸੋਚ ਦਾ ਇਨਸਾਨ ਨੂੰ ਜਲਦੀ ਪਤਾ ਨਹੀਂ ਕਰਦਾ, ਜਲਦੀ ਪਤਾ ਨਹੀਂ ਲੱਗਦਾ। ਉਹ ਚਾਹੇ ਲੀਡਰਾਂ 'ਚ ਰਹੀ ਹੈ, ਚਾਹੇ ਸਾਡੀ ਸਰਕਾਰ ਦੇ ਕਿਸੇ ਨੁਮਾਇੰਦੇ 'ਚ ਰਹੀ ਹੈ, ਚਾਹੇ ਸਾਡੀ ਸਰਕਾਰ ਦੇ ਜਾਂ ਕਿਸੇ ਦਫ਼ਤਰ ਵਿੱਚ ਰਹੀ ਹੈ। ਮੈਂ ਆਪਣੇ ਛੋਟੇ ਜਿਹੇ ਜੀਵਨ ਦੇ ਤਜਰਬੇ ਨਾਲ ਤੁਹਾਨੂੰ ਦੱਸਣਾ ਵੀ ਅਸੀਂ ਇੱਕ ਮਹਿਸੂਸ ਕੀਤਾ ਚੱਲਦੇ ਫਿਰਦੇ, ਕਹਿੰਦੇ ਮਜ਼ਦੂਰ ਦੀ ਦਿਹਾੜੀ ਬਹੁਤ ਘੱਟ ਹੈ। ਸਹੀ ਹੈ, ਸੱਚ ਹੈ, ਸਭ ਤੋਂ ਘੱਟ ਹੈ। ਸਾਡੇ ਭਾਰਤ ਜ਼ਿਆਦਾ, ਸਾਡਾ ਇੰਡੀਆ ਇੰਨੀ ਜਲਦੀ ਸੁਧਰਨ ਵਾਲਾ ਨਹੀਂ। ਇਹ ਨਹੀਂ ਕਿ ਵਿਗੜਿਆ ਹੈ, ਵਿਗੜੇ ਅਸੀਂ ਹਾਂ। ਅਸੀਂ ਉਹਨਾਂ ਨੂੰ ਭੇਜਦੇ ਹਾਂ ਬਾਹਰ ਜੋ ਕੋਈ ਸਾਡੀ ਗੌਰਮੈਂਟ ਜਾਂਦੇ ਆ। ਜੇ ਅਸੀਂ ਕਹੀਏ ਵੀ ਉਹ ਵਿਗੜੇ, ਅਸੀਂ ਪਹਿਲਾਂ ਸਾਡੀ ਆਦਤ ਹੁੰਦੀ ਵੀ ਜਦੋਂ ਕਿਸੇ ਨੇ 2000 ਰੁਪਈਆ 4000 ਰੁਪਏ ਕਿਸੇ ਨੂੰ ਦਾਨ ਕਰ ਦਿੱਤਾ, ਉਹ ਬਹੁਤ ਵੱਡੀ ਗੱਲ ਹੋ ਗਈ। ਇਹਨੂੰ ਦਿਮਾਗ ਦੀ ਸੋਚ ਕਿਹਾ ਜਾਂਦਾ ਹੈ। ਸੈਲਫਿਸ਼ ਸੋਚ ਹੈ ਵੀ ਮੈਂ ਆਪਣਾ ਮਤਲਬ ਕੱਢਣਾ, ਚਾਹੇ ਕਿਸੇ ਨੂੰ ਕਿਸੇ ਤਰ੍ਹਾਂ ਦੇ ਵੀ ਮਸਕਾ ਲਾ ਲਓ, ਚਾਹੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਹਵਾ ਦੇ ਲਓ, ਕਿਸੇ ਨੂੰ ਦਰਖਤ 'ਤੇ ਝਾੜ ਦਿਓ। ਸੋ ਇਹ ਜਿਹੜਾ ਇਸ ਨੂੰ ਸਮਝਣ ਦੇ ਲਈ ਇਨਸਾਨ ਨੂੰ ਬਹੁਤ ਕੁਝ ਕਰਨਾ ਪੈਂਦਾ, ਸੰਘਰਸ਼ ਕਰਨਾ ਪੈਂਦਾ। ਲੜਾਈ ਅਤੇ ਸੰਘਰਸ਼ 'ਚ ਫਰਕ ਹੈ। ਜੋ ਲੜਾਈ ਹੈ ਉਹ ਤਾਂ ਆਪਾਂ ਇੱਕ ਦੂਜੇ ਦੇ ਮਾਰਦੇ ਹਾਂ, ਡਾਂਗ ਮਾਰ ਦਿੱਤੀ, ਗੋਲੀ ਮਾਰਤੀ, ਲੜਾਈ ਹੋ ਗਈ। ਜੋ ਸੰਘਰਸ਼ ਹੈ ਉਹ ਸਾਰੀ ਜ਼ਿੰਦਗੀ ਜੀਵਨ ਦੇ ਵਿੱਚ ਸਾਡੇ ਨਾਲ ਹੈ, ਕਿਸੇ ਤੋਂ ਪਰੇ ਨਹੀਂ ਹੈ। ਸੋ ਇੱਕ ਛੋਟੀ ਜਿਹੀ ਇੱਕ ਇਹਦੇ 'ਚ ਇੱਕ ਐਗਜ਼ਾਮਪਲ ਦਿੰਦੇ ਜਿਹੜੀ ਆਪਾਂ ਪ੍ਰੈਕਟੀਕਲੀ ਦੇਖਦੇ ਹਾਂ। ਉਹ ਪ੍ਰੈਕਟੀਕਲੀ ਕੀ ਹੈ? ਇਸ ਵੇਲੇ ਨਵੀਆਂ ਸਾਡੇ ਕੋਲ ਨਵੀਆਂ ਇਜਾਦਾਂ ਹੋ ਰਹੀਆਂ ਨੇ, ਨਵੇਂ ਸਾਧਨ ਸਾਨੂੰ ਬਹੁਤ ਸਾਇੰਸ ਦੇ ਤਰੱਕੀ 'ਤੇ ਜਾ ਰਿਹਾ। ਕੀ ਇਸ ਸਾਇੰਸ ਨੂੰ ਆਪਾਂ ਮਨਾ ਕਰ ਸਕਦੇ? ਮਨਾ ਵੀ ਨਹੀਂ ਕਰ ਸਕਦੇ। ਜੇ ਅਸੀਂ ਸਰਮਾਏਦਾਰ ਦੀ ਰੌਲੀ ਪਾਉਂਦੇ ਵੀ ਸਰਮਾਏਦਾਰ ਬਹੁਤ ਹੈ, ਸਰਮਾਏਦਾਰ ਵੀ ਚਲੋ ਮੰਨ ਲਿਆ ਜ਼ਰੂਰੀ ਹੈ, ਪਰ ਇੱਕ ਲਿਮਿਟ ਦਾ ਹੋਣਾ ਜ਼ਰੂਰੀ ਹੈ। ਹੁਣ ਅਸੀਂ ਇਹ ਦੇਖੋ, ਧਿਆਨ ਨਾਲ ਦੇਖੋ, ਸਾਰੇ ਜਣੇ ਆਪ ਸਾਰਿਆਂ ਦੇ ਕੋਈ ਤਜਰਬਾ ਹੋਇਆ ਹੋਊਗਾ। ਅਸੀਂ ਤਾਂ ਮਾਮੂਲੀ ਜਿਹੀ ਸੋਚਿਆ ਇੱਕ ਦਿਨ ਬੈਠਿਆਂ ਨੇ, ਯਾਰ ਫਿਰਦਿਆਂ ਤੁਰਦਿਆਂ ਨੇ। ਚਲੋ ਕਰੋਨਾ ਤੋਂ ਬਾਅਦ, ਜਦੋਂ ਕਰੋਨਾ ਦੇ ਵਿੱਚ ਵੀ ਲੈ ਲਓ, ਕਈ ਦੁਕਾਨਾਂ ਜਿਹੜੀਆਂ ਮੋਬਾਈਲ ਜੋ ਭਰਦੇ ਸੀ, ਤੁਸੀਂ ਅੱਜ ਔਨਲਾਈਨ ਪੇਮੈਂਟ ਕਰ ਰਹੇ ਹੋ। ਪਹਿਲਾਂ ਇੱਥੋਂ ਇੱਕ ਛੋਟੀ ਜਿਹੀ ਮਿਸਾਲ ਦੇਖੋ, ਜਿਹੜਾ ਤਾਂ ਆਪਾਂ ਬੈਂਕਿੰਗ ਦੀ ਪੇਮੈਂਟ ਕਰ ਰਹੇ ਹਾਂ ਜਾਂ ਉੱਦਾਂ ਕਿਸੇ ਨੂੰ ਲੈਣਾ ਦੇਣਾ ਕਰ ਰਹੇ ਹਾਂ ਔਨਲਾਈਨ, ਉਹਦੇ ਵਿੱਚ ਤਾਂ ਸਾਨੂੰ ਕੋਈ ਐਸੀ ਖਰਾਬੀ ਨਹੀਂ ਲੱਗੀ, ਕੋਈ ਇੰਨਾ ਨਹੀਂ ਲੱਗਾ ਵੀ ਇਹਦੇ ਤੋਂ ਕਿਸੇ ਨੂੰ ਨੁਕਸਾਨ ਹੋ ਰਿਹਾ।
ਹੋਰ ਕਈ ਐਸੀਆਂ ਚੀਜ਼ਾਂ ਹੈ, ਕੋਈ ਐਸਾ ਸਮਾਚਾਰ ਜਿੱਥੇ ਆਪਾਂ ਆਨਲਾਈਨ ਪੈਸਾ ਭਰਦੇ ਹਾਂ। ਅਸੀਂ ਇੱਕ ਦਿਨ ਬੈਠੇ ਸੋਚਿਆ ਕੁਝ ਜੋ ਉਹ ਮੋਬਾਈਲ ਦੇ ਵਿੱਚ ਪੈਸਾ ਭਰਦੇ ਸੀ ਉਹਨਾਂ ਨੂੰ ਥੋੜ੍ਹਾ ਜਿਹਾ ਕਮਿਸ਼ਨ ਮਿਲਦਾ ਹੁੰਦਾ ਸੀ। ਮੈਂ ਦੇਖਿਆ ਵੀ ਇਹ ਬੰਦਾ ਦੁਕਾਨ ਤੋਂ ਬੜਾ ਸੋਹਣਾ ਦੁਕਾਨ ਚੱਲਦੀ ਗੁਜ਼ਾਰੇ ਜੋ ਕਿ ਮਜ਼ਦੂਰੀ ਕਰ ਰਿਹਾ ਜੋ ਸਵੇਰੇ ਆ ਕੇ ਸ਼ਾਮ ਤੱਕ ਉਹ ਪੈਸੇ ਭਰਦਾ ਥੋੜ੍ਹੇ ਬਹੁਤ, ਉਹ ਦੁਕਾਨ ਬੰਦ ਕਰਕੇ ਉਹ ਰਾਸ਼ਨ ਦੀ ਖੋਲ੍ਹ ਲਈ। ਮੈਂ ਪੁੱਛਿਆ ਬਈ, ਕਹਿੰਦਾ ਕੀ ਕਰੀਏ, ਕਹਿੰਦਾ ਕੋਈ ਗ੍ਰਾਹਕੀ ਹੈ ਨਹੀਂ, ਕਹਿੰਦਾ ਕਿੱਥੋਂ ਪੈਸਾ ਪੂਰਾ ਕਰਨਾ। ਸੱਚ ਹੈ, ਕਿਉਂਕਿ ਜੋ ਅਸੀਂ ਆਨਲਾਈਨ ਅਸੀਂ ਤਾਂ ਆਰਾਮ ਦੇਖਦੇ ਹਾਂ ਵੀ ਸਾਨੂੰ ਆਰਾਮ ਹੋ ਗਿਆ, ਪਰ ਜੋ ਪੈਸਾ ਉਹ ਡਾਇਰੈਕਟ ਜਾ ਰਿਹਾ ਉਹਨਾਂ ਨੂੰ, ਜੋ ਬੈਂਕ ਦਾ ਜਾ ਰਿਹਾ ਉਹ ਤਾਂ ਕੋਈ ਗੱਲ ਨਹੀਂ, ਸਾਡਾ ਟਾਈਮ ਬਚ ਗਿਆ, ਨਥਿੰਗ ਇਜ਼ ਬੈਡ। ਪਰ ਜਿਸ ਵੇਲੇ ਕੋਈ ਸਰਮਾਏਦਾਰ ਜਿੰਨੇ ਵੀ ਤੁਹਾਡੇ ਐਪਸ ਵਗੈਰਾ ਜੋ ਵੀ ਬੜੀਆਂ ਚੀਜ਼ਾਂ ਸਾਡੇ ਲਈ ਨਵਾਂ ਯੁੱਗ ਦੇ ਵਿੱਚ ਆਈਆਂ, ਅਸੀਂ ਇਹ ਸਾਡੀ ਗੌਰਮੈਂਟ ਨੂੰ ਜਾਂ ਸਾਡੇ ਲੋਕਾਂ ਨੂੰ, ਜ਼ਿਆਦਾਤਰ ਸਾਡੀ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਇਸ ਨੂੰ ਕਿੰਨਾ ਉੱਪਰ ਉਠਾਉਣਾ ਹੈ। ਇਹ ਸਾਡਾ ਕੰਮ ਨਹੀਂ ਹੈ। ਅਤੇ ਸਾਡੇ ਮਜ਼ਦੂਰ ਨੂੰ ਦਿਹਾੜੀ ਕਿੱਥੋਂ ਮਿਲੇਗੀ ਜਦ ਉੱਥੇ 10 ਬੰਦੇ ਖੜ੍ਹੇ ਦਿਹਾੜੀ ਲੈਣ ਵਾਲੇ। ਸਭ ਤੋਂ ਬੜੀ ਬੇਰੁਜ਼ਗਾਰੀ ਇੱਦਾਂ ਪੈਦਾ ਹੁੰਦੀ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਖਿਆਲ ਨਹੀਂ ਕਰਦੇ, ਕਿਉਂਕਿ ਤੁਹਾਨੂੰ ਦੱਸਣ ਜਿਹੜੀ ਦਿਮਾਗੀ ਸੋਚ ਹੈ ਉਸ ਨੂੰ ਸਮਝਣਾ ਬਹੁਤ ਔਖਾ ਹੈ। ਇਹ ਸੌਖਾ ਨਹੀਂ। ਜੈ ਭੀਮ, ਜੈ ਭਾਰਤ। ਪਹਿਲਾਂ ਤਾਂ ਜੋ ਮਜ਼ਦੂਰ ਦਿਵਸ 'ਤੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਹੀ ਜਿਹੜੇ ਸ਼ਿਕਾਗੋ ਦੇ ਵਿੱਚ ਜਦੋਂ ਸ਼ਹੀਦ ਹੋਏ ਸੀਗੇ ਇਸ ਆਜ਼ਾਦੀ ਲਈ ਲੜਾਈ ਲਈ, ਉਹਨਾਂ ਨੂੰ ਮੈਂ ਪ੍ਰਣਾਮ ਕਰਦਾ, ਸ਼ਰਧਾਂਜਲੀ ਭੇਟ ਕਰਦਾ ਹਾਂ। ਅਤੇ ਮਜ਼ਦੂਰ ਦਿਵਸ ਜਿਹੜਾ ਆ ਇਹ ਠੀਕ ਆ ਵੀ 8 ਘੰਟੇ ਦਾ ਸਮਾਂ ਜਿਹੜਾ ਆ ਉਹ ਪਹਿਲਾਂ ਅਮਰੀਕਾ ਦੇ ਦੇਸ਼ ਸ਼ਿਕਾਗੋ ਦੇ ਵਿੱਚੋਂ ਸ਼ੁਰੂ ਹੋਇਆ ਸੀ। ਫਿਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਉਹਦੇ ਅਧਿਕਾਰਾਂ ਪ੍ਰਤੀ ਹਿੰਦੁਸਤਾਨ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਵੀ ਉਹ ਲਾਗੂ ਕੀਤਾ। ਲੇਕਿਨ ਫਿਰ ਵੀ ਜਿਹੜਾ ਮਜ਼ਦੂਰ ਆ ਉਹਦੇ ਨਾਲ ਫਿਰ ਵੀ ਵਿਤਕਰਾ ਹੋ ਰਿਹਾ ਆ, ਕਿਉਂਕਿ ਬਹੁਤ ਜਗ੍ਹਾ 'ਤੇ ਠੇਕੇਦਾਰ, ਫੈਕਟਰੀਆਂ ਦੇ ਮਾਲਕ ਮਜ਼ਦੂਰ ਨੂੰ ਮਿਹਨਤ ਨਹੀਂ ਦਿੰਦੇ, ਉਹਨੂੰ ਫਿਰ ਵੀ ਉਹਦੇ ਵਾਸਤੇ ਕਈ ਵਾਰ ਧੱਕੇ ਖਾਣੇ ਪੈਂਦੇ ਆ, ਕਈ ਵਾਰੀ ਕੇਸ ਲੜਨੇ ਪੈਂਦੇ ਆ। ਇਸ ਕਰਕੇ ਸਾਡੀਆਂ ਸਰਕਾਰਾਂ, ਸਾਡੀਆਂ ਉਹਨਾਂ ਦੀਆਂ ਨਲਾਇਕੀਆਂ ਕਾਰਨ ਇਹ ਮਜ਼ਦੂਰ ਨੂੰ ਜਿਹੜੀ ਆ ਮਿਹਨਤ ਆ ਸਮੇਂ ਸਿਰ ਨਹੀਂ ਮਿਲਦੀ। ਲੇਕਿਨ ਫਿਰ ਵੀ ਕੁਛ ਨਾ ਕੁਛ ਜਿਹੜੀਆਂ ਬਾਬਾ ਸਾਹਿਬ ਦੇ ਕਾਨੂੰਨ ਦੇ ਮੁਤਾਬਕ ਉਹਦੀ ਕਦੇ ਨਾ ਕਦੇ ਫਿਰ ਵੀ ਜਿੱਤ ਪ੍ਰਾਪਤ ਹੁੰਦੀ ਆ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਮਜ਼ਦੂਰ ਆ ਜੇ ਉਹ ਆਪਣੀ ਦਿਹਾੜੀ ਕਰਦਾ ਆ, ਤਕਰੀਬਨ ਇਹ ਜ਼ਰੂਰ ਸੋਚੋ ਵੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਿਹਨਤ ਜ਼ਰੂਰ ਦਿਓ। ਠੀਕ ਹੈ, ਉਹ ਜਿੰਨਾ ਵੀ ਤੁਸੀਂ ਉਹਨਾਂ ਮਕਾਉਂਦੇ ਆ ਉਹ ਘੱਟੋ ਘੱਟ ਜੇ ਵੱਧ ਨਹੀਂ ਦੇ ਸਕਦੇ ਤਾਂ ਉਹਦੀ ਪੂਰੀ ਮਿਹਨਤ ਜ਼ਰੂਰ ਦਿਓ। ਜੈ ਭੀਮ, ਜੈ ਭਾਰਤ। ਕੋਈ ਨਾ ਕੋਈ ਕਿਸੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਕੋਈ ਨਾ ਕੋਈ ਆਪਾਂ ਨੂੰ ਜਾਗਰੂਕ ਕਰਨ ਲਈ ਕੋਈ ਨਾ ਕੋਈ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਹੈ ਜੀ। ਇਹ ਪਲੇਟਫਾਰਮ ਸਰ ਮੋਹਨ ਸਿੰਘ ਜਿਹੜੇ ਸਾਡੇ ਸਤਿਕਾਰਯੋਗ, ਬਹੁਤ ਲੰਬਾ ਸੰਘਰਸ਼ ਕੀਤਾ ਉਹਨਾਂ ਦੇ, ਕਿਉਂਕਿ ਸਾਨੂੰ ਵੀ ਕਾਫੀ ਮੌਕਾ ਮਿਲਿਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਦਾ। ਇਹ ਉਹਨਾਂ ਦੀ ਹੀ ਦੇਣ ਆ। ਆਪਾਂ ਇੱਥੇ ਸਾਰੇ ਮਿਲਗਾ ਨਿਵਾਸੀ, ਕੁਛ ਆਸ-ਪਾਸ ਪਿੰਡਾਂ ਦੇ ਲੋਕ ਵੀ ਇਕੱਠੇ ਹੋਏ ਆ। ਅੱਜ ਮਜ਼ਦੂਰ ਦਿਵਸ ਬਾਰੇ ਕਾਫੀ ਜਿਹੜੇ ਸਾਡੇ ਬੁਲਾਰੇ ਆ ਬੋਲ ਕੇ ਗਏ ਆ। ਆਪਣਾ ਮਕਸਦ ਇਕੱਠੇ ਹੋਣ ਦਾ, ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਹਰ ਇੱਕ ਬੰਦੇ ਕੋਲ ਕੋਈ ਨਾ ਕੋਈ ਆਪਣਾ ਆਪਣਾ ਤਜਰਬਾ ਹੁੰਦਾ, ਅਤੇ ਤਜਰਬਾ ਆਪਾਂ ਨੂੰ ਉਸ ਸਮੇਂ ਹੀ ਮਿਲਦਾ ਜਦੋਂ ਆਪਾਂ ਕਿਤੇ ਨਾ ਕਿਤੇ ਘਰੋਂ ਬਾਹਰ ਨਿਕਲਦੇ ਹਾਂ, ਕਿਸੇ ਨਾ ਕਿਸੇ ਸੁਸਾਇਟੀ ਨਾਲ, ਕਿਸੇ NGO ਨਾਲ, ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜਦੇ ਹਾਂ। ਕੁਝ ਸਮਾਂ ਪੁਰਾਣਾ ਆਪਾਂ ਸਾਰਿਆਂ ਨੇ ਦੇਖਿਆ ਵੀ ਜਦੋਂ ਪਿੰਡਾਂ ਦੇ ਵਿੱਚ ਸੱਥਾਂ ਹੁੰਦੀਆਂ ਸੀਗੀਆਂ ਤਾਂ ਕੁਝ ਨਾ ਕੁਝ ਸਾਨੂੰ ਉੱਥੋਂ ਵੀ ਬੜਾ ਕੁਝ ਮਿਲਣਾ ਸੀ। ਉਹ ਚੀਜ਼ਾਂ ਅਸੀਂ ਸ਼ਾਇਦ ਗਵਾ ਬੈਠੇ ਹਾਂ। ਸਾਨੂੰ ਨਜ਼ਰ ਆ ਰਹੀਆਂ ਵੀ ਉਹ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਅਸੀਂ ਦੂਰ ਹੋ ਗਏ ਹਾਂ, ਪੰਜਾਬੀ ਵਿਰਸੇ ਤੋਂ ਦੂਰ ਹੋ ਗਏ ਹਾਂ, ਪੰਜਾਬੀ ਸੱਭਿਆਚਾਰਕ ਤੋਂ ਦੂਰ ਹੋ ਗਏ ਹਾਂ। ਪਰਿਵਾਰਕ ਨੇੜਤਾ ਜਿਹੜੀ ਆ ਉਹ ਨੇੜਤਾ ਹੋਣ ਦੀ ਬਜਾਏ ਦੂਰੀਆਂ ਪੈ ਗਈਆਂ। ਇਕੱਲਾ ਮਜ਼ਦੂਰ ਦਿਵਸ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਜਿਹੜਾ ਬੰਦਾ ਇੱਕ ਮਜ਼ਦੂਰੀ ਕਰਦਾ ਜਾਂ ਸ਼ਾਇਦ ਆਪਾਂ ਉਹਨੂੰ ਹੀ ਮੰਨਦੇ ਹਾਂ। ਆਪਾਂ ਸਾਰੇ ਕੁੱਲ ਮਿਲਾ ਕੇ ਦੇਖੀਏ ਤਾਂ ਇੱਕ ਮਜ਼ਦੂਰੀ ਹੀ ਸਿਸਟਮ ਦੇ ਵਿੱਚ ਵਿਚਰ ਰਹੇ ਆ, ਚਾਹੇ ਉਹ ਕੋਈ ਗੌਰਮੈਂਟ ਜੋਬ ਕਰ ਰਿਹਾ ਜਾਂ ਕੋਈ ਪ੍ਰਾਈਵੇਟ ਜੋਬ ਕਰ ਰਿਹਾ ਜਾਂ ਕੋਈ ਸ਼ੌਪ ਕਰ ਰਿਹਾ, ਕੋਈ ਦੁਕਾਨ ਚਲਾ ਰਿਹਾ। ਸਾਨੂੰ ਥੋੜ੍ਹਾ ਜਿਹਾ ਸੋਚਣ ਦੀ ਲੋੜ ਆ। ਮੈਂ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੁੰਦਿਆਂ ਹੋਇਆ, ਮੈਂ ਆਪਣੇ ਨਿੱਜੀ ਤਜਰਬੇ ਦੇ ਵਿੱਚੋਂ ਹੀ ਕੁਝ ਜਿਹੜੀਆਂ ਚੀਜ਼ਾਂ ਮੈਂ ਨਿੱਜੀ ਤੌਰ 'ਤੇ ਦੇਖੀਆਂ
ਮੈਂ ਤੇ ਉਹਨਾਂ ਬਾਰੇ ਹੀ ਤੁਹਾਨੂੰ ਦੱਸ ਸਕਦਾ ਵੀ ਆਪਣੀ ਜਿਹੜੀ ਸਮੱਸਿਆਵਾਂ ਜਿਹੜੀਆਂ ਛੋਟੀਆਂ ਉਹ ਬਹੁਤ ਜ਼ਿਆਦੀਆਂ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਸਾਨੂੰ ਜਿਹੜੀ ਸਾਡੀ ਯੰਗ ਜਨਰੇਸ਼ਨ ਆ, ਉਹ ਕਿਸੇ ਵੀ ਕਿਸਮ ਦੇ ਆ ਬੱਚੇ, ਜਾਂ ਉਹ ਪੜ੍ਹ ਰਹੇ ਜਾਂ ਕਿਸੇ ਡਿਪਾਰਟਮੈਂਟ ਦੇ ਮੁਲਾਜ਼ਮ ਦੇ ਕਿਸੇ ਦੇ ਬੱਚੇ ਆ ਜਾਂ ਕਿਸੇ ਦੇ ਵੀ ਆਪਣੇ ਸਾਥੀ ਦੇ ਆ, ਸਾਨੂੰ ਥੋੜ੍ਹਾ ਜਿਹਾ ਉਸ ਪਨੀਰੀ ਨੂੰ ਸਾਂਭਣ ਦੀ ਲੋੜ ਆ। ਜਿਹੜਾ ਸੰਘਰਸ਼ ਤਾਂ ਹੀ ਸਿਰੇ ਚੜ੍ਹ ਸਕਦੇ, ਪਹਿਲਾਂ ਅਸੀਂ ਆਪਣੇ ਆਪ ਨੂੰ ਸ਼ੁਰੂ ਤੋਂ ਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ 'ਤੇ ਕਾਬੂ ਪਾ ਸਕੀਏ। ਖਾਸ ਕਰਕੇ ਜਿਹੜੇ ਬੱਚਿਆਂ ਦੇ ਅੱਜ ਕੱਲ੍ਹ ਤੁਸੀਂ ਦੇਖਿਆ ਇੰਟਰਨੈਟ ਦਾ ਜ਼ਮਾਨਾ, ਮੋਬਾਈਲ ਫੋਨ ਆ ਗਏ ਆ, ਛੋਟੀਆਂ ਗੱਲਾਂ ਤੋਂ ਕਿਸੇ ਨੇ ਬੋਲਤਾ, ਕਿਸੇ ਦੇ ਖਿਲਾਫ ਆ, ਉਹ ਇਕੱਠੇ ਕਰ ਲੈਂਦੇ ਆ ਔਰ ਝਗੜੇ ਦਾ ਰੂਪ ਜਿਹੜਾ ਉਹ ਧਾਰ ਲੈਂਦੇ ਆ। ਲਹਿਰਾਂ ਬਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਲਹਿਰਾਂ ਬਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਬੱਜੀਆਂ ਨਾ ਰਹਿਣ ਇਹ ਰਵੈਤੀ ਲੜੀਆਂ, ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਬੱਜੀਆਂ ਨਾ ਰਹਿਣ ਇਹ ਰਵੈਤੀ ਲੜੀਆਂ, ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ। ਕਿਰਤਾਂ ਦਾ ਜ਼ੋਰ ਜੁੱਸਿਆਂ 'ਚ ਭਰ ਕੇ, ਲੁੱਟਦਾ ਏ ਰਾਜ ਜੜ੍ਹਾਂ ਤੋਂ ਖਾੜਿਓ, ਲੁੱਟਦਾ ਏ ਰਾਜ ਜੜ੍ਹਾਂ ਤੋਂ ਖਾੜਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ, ਉਹਨੂੰ ਤੋੜ ਨਵਾਂ ਸੰਸਾਰ ਜੰਮਦਾ। ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮਦਾ, ਉਹਨੂੰ ਤੋੜ ਨਵਾਂ ਸੰਸਾਰ ਜੰਮਦਾ। ਨਵਾਂ ਤੇ ਉਸਾਰੂ ਜੱਗ ਰਚਣ ਲਈ, ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ, ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ। ਲੈਣਾ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਨਵੀਆਂ ਹੀ ਲੀਹਾਂ ਤੇ ਉਸਾਰ ਹੋਊਗਾ, ਸਾਰਾ ਜੱਗ ਸਾਡਾ ਪਰਿਵਾਰ ਹੋਊਗਾ। ਨਵੀਆਂ ਹੀ ਲੀਹਾਂ ਤੇ ਉਸਾਰ ਹੋਊਗਾ, ਸਾਰਾ ਜੱਗ ਸਾਡਾ ਪਰਿਵਾਰ ਹੋਊਗਾ। ਲੋਟੂਆਂ ਦੇ ਹੱਥਾਂ ਨੇ ਤੋਂ ਹੱਥ ਖੋਇਆ ਜੋ, ਸਭ ਹਉ ਤੁਹਾਡਾ ਸਿਰ ਜਣ ਹਾਰਿਓ, ਸਭ ਹਉ ਤੁਹਾਡਾ ਸਿਰ ਜਣ ਹਾਰਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਖੁਦ ਆਪਣੇ ਹੀ ਕੰਮ ਕਾਰ ਮਿਥਾਂਗੇ, ਕਿੱਦਾਂ ਦਾ ਇਹ ਹਊ ਸੰਸਾਰ ਮਿਥਾਂਗੇ। ਖੁਦ ਆਪਣੇ ਹੀ ਕੰਮ ਕਾਰ ਮਿਥਾਂਗੇ, ਕਿੱਦਾਂ ਦਾ ਇਹ ਹਊ ਸੰਸਾਰ ਮਿਥਾਂਗੇ। ਮਿਹਨਤ 'ਚ ਉਸਰੀ ਹੈ ਹਰ ਰਚਨਾ, ਦੁਨੀਆ ਤੁਹਾਡੀ ਦੁਨੀਆ ਦੇ ਕਾੜਿਓ, ਦੁਨੀਆ ਤੁਹਾਡੀ ਦੁਨੀਆ ਦੇ ਕਾੜਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਫੌਜੀਓ ਸਿਪਾਹੀਓ ਜਾਣੋ ਹੱਲ ਚੱਲ ਨੂੰ, ਮੋੜ ਲਓ ਬੰਦੂਕਾਂ ਹਾਕਮਾਂ ਦੇ ਵੱਲ ਨੂੰ। ਫੌਜੀਓ ਸਿਪਾਹੀਓ ਜਾਣੋ ਹੱਲ ਚੱਲ ਨੂੰ, ਮੋੜ ਲਓ ਬੰਦੂਕਾਂ ਹਾਕਮਾਂ ਦੇ ਵੱਲ ਨੂੰ। ਜਿਨ੍ਹਾਂ ਦੀਆਂ ਗੋਦਾਂ ਵਿੱਚ ਜੰਮੇ ਪਲਿਓ, ਲੋਕਾਂ ਦੇ ਹੋ ਜਾਇਓ ਲੋਕਾਂ ਨੂੰ ਨਾ ਮਾਰਿਓ, ਲੋਕਾਂ ਦੇ ਹੋ ਜਾਇਓ ਲੋਕਾਂ ਨੂੰ ਨਾ ਮਾਰਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਧਰਤੀ ਜਗੀਰ ਨਹੀਂ ਲਾਂਜੋਕਾਂ ਦੀ, ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ। ਧਰਤੀ ਜਗੀਰ ਨਹੀਂ ਲਾਂਜੋਕਾਂ ਦੀ, ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ। ਇਹਨਾਂ ਕਾਵਾਂ ਜੋਕਾਂ ਦਾ ਸਫਾਇਆ ਕਰਕੇ, ਕਿਰਤਾਂ ਦਾ ਝੰਡਾ ਸੂਰਜਾਂ 'ਤੇ ਚਾੜਿਓ, ਕਿਰਤਾਂ ਦਾ ਝੰਡਾ ਸੂਰਜਾਂ 'ਤੇ ਚਾੜਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਲਹਿਰਾਂ ਬਾਣੇ ਉਠੋ ਭੁੱਖਾਂ ਦੇ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ। ਧੰਨਵਾਦ। ਆਪਾਂ ਅੱਜ ਬਹੁਤ ਹੀ ਸ਼ੁਭ ਦਿਨ, ਜਿਸ ਨੂੰ ਕਿ 35 ਸਾਲ ਦੇ ਸੰਘਰਸ਼ ਤੋਂ ਬਾਅਦ ਪਾਇਆ ਗਿਆ, ਸ਼ਿਕਾਗੋ ਦੇ ਸ਼ਹੀਦਾਂ ਨੇ ਇਸ ਨੂੰ ਆਪਾਂ ਨੂੰ ਅਰਪਣ ਕੀਤਾ। ਪਰ ਮੈਂ ਅੱਜ ਉਹਦਾ ਸ਼ਰਧਾਂਜਲੀ ਸਰਦਾਰ ਮੋਹਨ ਸਿੰਘ, ਜੋ ਇੱਕ ਮਜ਼ਦੂਰ ਵਰਗ ਦੇ ਵਿੱਚ ਕੰਮ ਕੀਤਾ, ਆਪਣਾ ਕਾਰੋਬਾਰ ਕੀਤਾ, ਆਪਣੇ ਕਾਰੋਬਾਰ ਕਰਦੇ ਕਰਦੇ ਮਜ਼ਦੂਰੀ ਕਰਦੇ ਕਰਦੇ ਮਜ਼ਦੂਰਾਂ ਦੇ ਵਾਸਤੇ ਸੰਘਰਸ਼ੀ ਵਧੇ, ਬਹੁਤ ਸੰਘਰਸ਼ ਲੜੇ। ਮੈਨੂੰ ਯਾਦ ਆ 1974-75 ਦੀ ਗੱਲ ਆ, ਜਦੋਂ ਕਿ ਪਿੰਡ ਦੇ ਵਿੱਚ ਮਜ਼ਦੂਰੀ ਨਹੀਂ ਵਧਾਈ ਜਾਂਦੀ ਸੀ। ਉਸ ਵੇਲੇ ਸਾਡੇ ਪਾਸੇ ਇਕੱਠ ਹੋਇਆ, ਡੀਸੀ ਸਾਹਿਬ ਵੀ ਆਏ, ਪਰੰਤੂ ਸਾਡੇ ਪਿੰਡ ਦੇ ਕੁਛ ਕੜਮ ਚੌਧਰੀਆਂ ਨੇ, ਉੱਚੇ ਸਾਮਰਾਜ ਲੋਕਾਂ ਨੇ ਇੱਕ ਮੋਹਨ ਸਿੰਘ ਨੂੰ ਲੋਕਾਂ ਵਿੱਚ ਵਿਚਰਨ ਤੋਂ ਰੋਕਣ ਲਈ ਨਕਸਲਵਾੜੀ ਕਹਿ ਕੇ ਉਹਦੇ ਉੱਤੇ ਧੱਬਾ ਲਾ ਕੇ ਰੱਖਿਆ, ਪਰ ਉਸ ਨੇ ਫੇਰ ਵੀ ਨਹੀਂ ਡੋਲਿਆ। ਉਸ ਤੋਂ ਬਾਅਦ ਆਪਣੇ ਸੰਘਰਸ਼ ਨੂੰ ਵੇਖਦਾ ਰਿਹਾ। ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਦਾਤ ਦਿੰਦਾ, ਜਿਹੜਾ ਕਿ ਉਹਨਾਂ ਨੇ ਉਹਦੀ ਦਾਸਤਾਨ ਨੂੰ ਆਪਾਂ ਵੀ ਗੁਜ਼ਰ ਜਾਣਾ, ਆਪਣੇ ਮਾਪੇ ਹੀ ਗੁਜ਼ਰ, ਬਾਬੇ ਹੀ ਗੁਜ਼ਰ ਗਏ,
परंतु उन्होंने आज़ादी ताज़ा रखने वास्ते वो भी हाल अर्पण किया, जिस विच आपां अज ये दिन मना रहे हैं। उस तो बाद आपां विदेशों देशों दीयां गल्लां करदे हां। अपने मुल्क तो बाद कई मुल्क छोटे छोटे खाड़ी मुल्क आज़ाद होए, वो बहुत तरक्की कर गए। सिंगापुर एक छोटा जिहा मुल्क आ, उसनूं 1965 में आज़ाद हुंदा ते जद कि खाड़ी मुल्क 1971 में आज़ाद हुंदे। उन्हां लोकां ने तरक्की की। तरक्की का कारण कौन बने? मजदूर। उत्थे मजदूरां नूं हक मिलिया, परंतु इत्थे कुछ जथेबंदियां ने अपने टेढ़ी मेढ़ी सियासतां नूं मजदूर नूं वरतिया, परंतु मजदूर नूं हक मंगना सिखाया, हक खोहना नहीं सिखाया। रोटियां सेकियां और अपने मसे हल किए। आप वो इस वेले परदे विच अंदर वड़ के मजदूर संघर्ष करता है, अपनी जान नूं रोंदा। उसनूं पता है जिसने मजदूरी की है मजदूर की हुंदा, मजदूर का दर्द की हुंदा। जिसने कभी भी मजदूरी ना की मजदूर का दर्द नहीं समझ सकता। परंतु मैं अपने बेलगे की गल करदा, बहुत संघर्ष हुए मजदूरों में, बहुत किए गए, परंतु मजदूरों के नाल धोखा ही होया। अंदर गोल मेज़ के उत्ते बैठ के मीटिंगां हुंदियां रहियां ते मजदूरों को कह दिता गया भी आपां नूं हक मिल जाएगा। हक कभी भी समय के हिसाब नाल मंगिया नहीं मिलते, हक खोने ही पैंदे। अज मैं इन्नियां ही गल्लां करदा होया खिमा चाहुंदा, जेकर मेरे तो वध घट बोलिया माफ़ कर। Good morning to all of you. My name is Simrandeep Kaur. Labour's Day is the set to celebrate the hard work and achievements of the labour group. This is one day that is entirely devoted to the labour class. Many countries celebrate this day on a different day. However, in a maximum countries, this day occurs on the 1st of May. That happens to be International Workers' Day. Thanks. ਅੱਜ 1 ਮਈ ਮਜ਼ਦੂਰ ਦਿਹਾੜੇ ਤੇ ਸਾਰਿਆਂ ਨੂੰ ਬਿਲਗਾ ਮੋਹਨ ਸਿੰਘ ਹਾਲ ਦੇ ਵਿੱਚ ਇਕੱਤਰਿਤ ਹੋਏ ਆ। ਆਪਾਂ ਉਹਨਾਂ ਦਾ ਦਿਨ ਮਨਾ ਰਹੇ ਆ, ਜਿੱਥੇ ਦੁਨੀਆ ਦੇ ਕੋਨੇ-ਕੋਨੇ 'ਚ ਮਜ਼ਦੂਰ ਡੇ ਮਨਾਇਆ ਜਾ ਰਿਹਾ। ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ। ਔਰ ਜਿਹੜੇ ਸ਼ਿਕਾਗੋ ਦੇ ਸ਼ਹੀਦ ਆ ਉਹਨਾਂ ਨੂੰ ਲਾਲ ਸਲਾਮ, ਨੀਲਾ ਸਲਾਮ। ਉਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਜਿਹੜੇ ਆਪਣੇ ਹੱਕਾਂ ਲਈ ਲੜਾਈ ਲੜੀ, ਔਰ ਲੜਾਈ ਪਹਿਲੋਂ ਵੀ ਲੜੀ ਜਾ ਰਹੀ ਸੀ ਮਜ਼ਦੂਰ ਵੱਲੋਂ ਔਰ ਬਾਅਦ ਵਿੱਚ ਵੀ ਲੜੀ ਜਾ ਰਹੀ। ਜਿਸ ਤਰ੍ਹਾਂ ਬੁਲਾਰੇ ਬਹੁਤ ਸੂਝਵਾਨ ਬੁਲਾਰੇ ਇਹ ਤੋਂ ਪਹਿਲਾਂ ਵੀ ਬੋਲੇ ਆ, ਬਾਅਦ 'ਚ ਵੀ ਬੋਲਣੇ। ਅਸੀਂ ਮਜ਼ਦੂਰ ਤਬਕਾ ਜਿੱਥੇ ਹਾਲ 'ਚ ਬੈਠੇ ਆ, ਜਿਹੜੀ ਕੋਈ ਵੀ ਚੀਜ਼ ਬਣੀ ਆ ਆਪਾਂ ਨੂੰ ਜਿਹੜੀ ਨਸੀਬ ਆ, ਚਾਹੇ ਪੱਖਾ, ਬਿਜਲੀ, ਪਾਣੀ, ਉਹ ਮਜ਼ਦੂਰ ਤੋਂ ਬਗੈਰ ਨਹੀਂ ਬਣੀ। ਪਰ ਮਜ਼ਦੂਰ ਮਜ਼ੇ ਤੋਂ ਦੂਰ, ਮਜ਼ਦੂਰ ਦਾ ਲਫ਼ਜ਼ ਆ ਮਜ਼ਦੂਰ ਮਜ਼ੇ ਤੋਂ ਦੂਰ। ਜਿਹੜਾ ਸਾਡਾ ਦੇਸ਼ ਹੈ ਇਹਦੇ ਵਿੱਚ ਤਾਂ ਕੁਛ ਜ਼ਿਆਦਾ ਹੀ ਸਾਡੇ ਤੇ ਜਿਹੜੇ ਮਜ਼ਦੂਰਾਂ 'ਤੇ ਅਤਿਆਚਾਰ ਹੁੰਦੇ ਆ। ਉਹ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜੋ ਬਿਲਡਿੰਗਾਂ ਮਹਿਲ ਸਾਰੇ ਉਸਾਰਦਾ ਮਜ਼ਦੂਰ, ਪਰ ਉਹਨੂੰ ਜਦੋਂ ਆਪਣੇ ਲਈ ਉਦੋਂ ਆਪਣੇ ਕੋਈ ਜ਼ਿੰਦਗੀ ਦੇ ਵਿੱਚ ਮਾਨਣ ਦਾ ਨਸੀਬ ਹੁੰਦਾ ਤੇ ਉਹਦੇ ਜਿਹੜਾ ਪੱਲੜਾ ਜਿਹੜਾ ਛੋਟਾ ਹੁੰਦਾ। ਇਸ ਲਈ ਅਸੀਂ ਮਜ਼ਦੂਰ ਵਰਗ ਦੇ ਵਿੱਚੋਂ ਹੀ ਆ ਸਾਰੇ। ਕੋਈ ਸਾਡੇ ਵਿੱਚ ਮਿੱਲਾ ਮਾੜੀ ਵਾਲਾ ਨਹੀਂ ਜਿਹਨੇ ਕਿ ਐਸ਼ ਆਰਾਮ ਦੇ ਵਿੱਚ ਬੈਠ ਕੇ, ਜਿਸ ਤਰ੍ਹਾਂ ਹੁਣ ਸਾਡੀ ਬੱਚੀ ਛੋਟੀ ਬੋਲ ਕੇ ਗਈ ਆ, ਭਤੀਜੀ ਸਾਡੀ ਰਾਮਪਾਲ ਦੀ ਬੇਟੀ, ਸਾਡਾ ਮਾਣ ਦੇ ਨਾਲ ਕਹਿ ਦਿੰਦੇ ਮਜ਼ਦੂਰ ਬਈ ਅਨਪੜ੍ਹ ਆ, ਪਰ ਸਾਡੇ ਅਨਪੜ੍ਹ ਮਜ਼ਦੂਰੀ ਦੇ ਬੱਚੇ ਜਿਹੜੇ ਅੱਜ 10-12 ਸਾਲ ਦੇ ਵੀ ਇੰਗਲਿਸ਼ ਦੇ ਵਿੱਚ ਭਾਸ਼ਣ ਦਿੰਦੇ ਆ। ਉਹਨਾਂ ਨੇ ਉਹਨਾਂ ਦੇ ਮਾਂ-ਬਾਪ ਨੇ ਉਹਨਾਂ ਦੇ ਜਿੱਦਾਂ ਬਾਬਾ ਜੀ ਮਿਸਤਰੀ ਮੋਹਨ ਸਿੰਘ ਜੀ ਬਿਲਗਾ, ਉਹਨਾਂ ਦਾ ਜੋ ਦੇਣ ਆ ਮਜ਼ਦੂਰਾਂ ਨੂੰ, ਉਹ ਸਾਰੇ ਆਪਾਂ ਜਾਣੂ ਆ। ਅਸੀਂ ਉਦੋਂ ਚਲੋ ਛੋਟੇ ਸੀਗੇ, ਬੱਚਿਆਂ ਵਰਗੇ ਹੋਵਾਂਗੇ। ਜਿਹੜੇ ਸਾਡੇ ਭਰਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਦੇਖਿਆ ਕਿ ਉਹਨਾਂ ਨੇ ਮਜ਼ਦੂਰਾਂ ਲਈ ਲੜਾਈ ਲੜੀ। ਇਸੇ ਤਰ੍ਹਾਂ ਸਾਡੇ ਦੇਸ਼ ਦਾ ਸੰਵਿਧਾਨ ਬਣਿਆ, ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ। ਉਹਨਾਂ ਨੇ ਵੀ ਆਪਣੀ ਜਿਹੜੀ ਤੰਗੀਆਂ ਤਰੁਸ਼ਟੀਆਂ, ਉਹਨੇ ਪੂਰੀ ਜ਼ਿੰਦਗੀ ਆਪਣੀ ਲਾਈਫ 'ਚ ਬੜੀ ਜਦੋਜਹਿਦ ਕੀਤੀ। ਉਹਨਾਂ ਨੇ ਵੀ ਮਜ਼ਦੂਰਾਂ ਦੇ ਲਈ, ਮਜ਼ਦੂਰ ਵਰਗ ਲਈ। ਇਹ ਜਿਹੜਾ ਵਰਗ ਹੈ ਕੋਈ ਜਾਤ ਧਰਮ ਦਾ ਨਹੀਂ, ਜੋ ਮਿਹਨਤ ਕਰਦਾ ਦਿਨ ਰਾਤ ਟੁੱਟ ਟੁੱਟ ਕੇ ਹੱਡ ਭੰਨਵੀਂ ਮਿਹਨਤ ਕਰਦਾ, ਪਰ ਉਹਨੂੰ ਜਦੋਂ ਆਪਣੇ ਕੋਈ ਸੁੱਖ ਆਰਾਮ ਮਾਨਣ ਦੀ ਲੋੜ ਹੁੰਦੀ ਆ, ਉਦੋਂ ਉਹਦਾ ਜਿਹੜਾ ਮਜ਼ਦੂਰ ਮਜ਼ੇ ਤੋਂ ਦੂਰ ਹੋ ਜਾਂਦਾ। ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ, ਜਿੱਦਾਂ ਸਾਡੇ ਦਾਸ ਰਾਮ ਜੀ ਅੰਕਲ ਹੋਣਾ ਨੇ ਕਿਹਾ ਵੀ ਆਪਾਂ ਜਿੱਥੇ ਆਪਾਂ ਭਾਸ਼ਣ ਦਿੰਦੇ, ਕਿਉਂਕਿ ਸਾਰੇ ਇੱਕੋ ਜਿਹੇ ਹੀ ਆ, ਸਾਰੇ ਆਪਾਂ ਇੱਕੋ ਹੀ ਵਰਗ 'ਚ ਆਪਾਂ ਇੱਕ ਦੂਜੇ ਦੇ ਜਾਣੂ ਆ। ਆਪਾਂ ਇਸ ਵਰਗ ਦੇ ਲਈ, ਇਸ ਸਮਾਜ ਦੇ ਲਈ, ਦੇਸ਼ ਵਿੱਚ ਉੱਨਤੀ ਕਰਨੀ, ਜਿੱਦਾਂ ਆਪਾਂ ਭਾਸ਼ਣ ਦੇ ਕੇ, ਵਿਚਾਰ ਦੇ ਕੇ ਦੇਸ਼ ਵਿਦੇਸ਼ ਵਿੱਚ ਸਾਡੀ ਗੱਲ ਜਾਂਦੀ ਆ, ਸਾਨੂੰ ਉਹਨਾਂ ਦੀ ਪਤਾ ਲੱਗਦੀ ਆ। ਇਸੇ ਤਰ੍ਹਾਂ ਇੱਕ ਜਿਹੜੀ ਰਾਉਂਡ ਟੇਬਲ ਕਾਨਫਰੰਸ ਜਿੱਦਾਂ ਮੀਟਿੰਗ ਹੋਵੇ, ਉਹਦੇ ਵਿੱਚ ਆਪਾਂ ਜਿੱਥੇ ਵੀ ਕੋਈ ਕਿਸੇ ਨਾਲ ਧੱਕਾ ਜਾਂ ਜ਼ਿਆਦਤੀ ਹੁੰਦੀ ਆ, ਜਿੱਦਾਂ ਦੇਖਿਆ ਕਿ ਜਿਹੜਾ ਟਾਈਮ ਟੇਬਲ ਆ, ਕੋਈ ਵੀ ਮਜ਼ਦੂਰ ਦਾ ਟਾਈਮ ਟੇਬਲ ਹੈ ਨਹੀਂ। ਅਸੀਂ ਦਿਹਾੜੀਦਾਰ ਜੇ ਅਸੀਂ ਆਪਣਾ ਠੇਕਾ ਲੈ ਕੇ ਵੀ ਕੰਮ ਕਰਦੇ। ਅੱਜ ਕੱਲ੍ਹ ਜਿਹੜੇ ਵੱਡੇ ਠੇਕੇਦਾਰ ਸਰਮਾਏਦਾਰ ਆ ਜਾਂ ਜਗੀਰਦਾਰ ਆ, ਉਹ ਉਹਨੂੰ ਸ਼ੋਸ਼ਣ ਕਰਦੇ ਆ।
ਉਹ ਠੇਕੇਦਾਰੀ ਸਿਸਟਮ ਦੇ ਵਿੱਚ ਕਮਿਸ਼ਨ ਮੰਗਦੇ ਆ। ਜਿਹੜਾ ਦਿਹਾੜੀ ਕਰਦਾ, ਜੇ ਅਸੀਂ ਆਪਣੇ ਵਰਗੇ ਕੋ ਵੀ ਜਾ ਕੇ ਕਵਾਂਗੇ ਨਾ ਦਿਹਾੜੀਦਾਰ ਕੋ ਵੀ, ਮੈਂ ਜਿੱਦਾਂ ਰੰਗ ਦਾ ਕੰਮ ਕਰਦਾ, ਕੋਈ ਲੱਕੜ ਦਾ, ਵੀ 500 ਦਿਹਾੜੀ ਆ, ਵੀ ਉਹ ਕਹੂਗਾ 500 ਕਿੱਥੇ ਆ, 500 ਥੋੜ੍ਹੀ। 12 11 ਘੰਟੇ ਕੇ ਜੇ 400 ਜੇ 300 ਵੀ ਮਿਲ ਜਾਂਦਾ, ਮਨ ਨੂੰ ਤਸੱਲੀ ਹੁੰਦੀ ਕਿ ਸਾਡਾ ਆਪਣਾ ਕੰਮ ਆ, ਆਪਣੇ ਢੰਗ ਨਾਲ। ਜਿੱਦਾਂ ਅੱਜ ਹੁਣ ਐਤਵਾਰ ਆ, ਦਿਹਾੜੀਦਾਰ ਦਾ ਤਾਂ 1 ਘੰਟੇ ਲਈ ਵਿਹਲ ਨਹੀਂ, ਪਰ ਜੇ ਕੋਈ ਆਪਣਾ ਕੰਮ ਕਰਕੇ ਵੀ ਮਜ਼ਦੂਰੀ ਮਿਹਨਤੀ ਕਰਦਾ, ਉਹ ਵਿੱਚੋਂ ਟਾਈਮ ਕੱਢ ਕੇ ਆ ਜਾਂਦਾ। ਧੰਨਵਾਦ ਜੀ। ਅੱਜ ਦਾ ਜਿਹੜਾ ਦਿਨ ਆ, ਇਹ ਬਹੁਤ ਸਾਡੇ ਲਈ ਫਖਰ ਦਾ ਦਿਨ ਆ ਕਿ ਸਾਨੂੰ ਯਾਦ, ਪਰ ਸਾਡੇ ਦੇਸ਼ ਵਿੱਚ ਸਾਡੇ ਮਜ਼ਦੂਰ ਵਰਗ ਨੂੰ 50% ਤਾਂ ਪਤਾ ਨਹੀਂ ਹੋਣਾ ਕਿ ਅੱਜ 1 ਮਈ ਜਿਹੜਾ ਸਾਡਾ ਵਰਗ ਦਿਨ ਆ। ਇਸ ਲਈ ਆਪਾਂ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਹਾਂ। ਬਿਲਗਾ ਆਨਲਾਈਨ ਨਿਊਜ਼ ਦਾ ਧੰਨਵਾਦ ਆ, ਸਾਰਿਆਂ ਦਾ ਧੰਨਵਾਦ ਆ ਜਿਹੜੇ ਆ ਕੇ ਆਪਾਂ ਇੱਥੇ ਵਿਚਾਰ ਸਾਂਝੇ ਕਰ ਰਹੇ। ਜੈ ਭੀਮ, ਜੈ ਭਾਰਤ। ਸਭ ਤੋਂ ਪਹਿਲਾਂ ਸਤਿਕਾਰਯੋਗ ਬੁੱਧੀਜੀਵੀ ਸਾਥੀਓ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਮੁਬਾਰਕ ਦਿਨ ਆ। ਅੱਜ ਉਹ ਸਾਡੇ ਲਈ ਦੁੱਖ ਦੀ ਘੜੀ ਹੈ ਜਿਹੜਾ ਉਹ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ 'ਤੇ ਅਤਿਆਚਾਰ ਕੀਤਾ ਗਿਆ ਸੀ, ਉਹਨਾਂ ਦੀਆਂ ਸ਼ਹੀਦੀਆਂ ਪਾਈਆਂ ਗਈਆਂ ਸੀ। ਕਿਉਂਕਿ ਅੱਜ ਵੀ ਦੇਖਿਆ ਜਾਵੇ ਤਾਂ ਹਾਲਾਤ ਉਹੀ ਨੇ। ਜਦੋਂ ਤੋਂ ਸਮਾਜ ਸਿਰਜਿਆ ਗਿਆ ਤੇ ਹਮੇਸ਼ਾ ਹੀ 2 ਵਰਗਾਂ ਦੇ ਵਿੱਚ ਜੰਗ ਤੇ ਯੁੱਧ ਦਾ ਮਾਹੌਲ ਬਣਿਆ ਰਿਹਾ, ਇੱਕ ਮਜ਼ਦੂਰ ਵਰਗ ਤੇ ਇੱਕ ਸਰਮਾਏਦਾਰ ਵਰਗ। ਅੱਜ ਵੀ ਉਹ ਲੜਾਈ ਜਿਹੜੀ ਹੈ ਜਾਰੀ ਹੈ। ਮੈਂ ਪਿੰਡੀ ਮਜ਼ਦੂਰ ਯੂਨੀਅਨ ਪੰਜਾਬ ਉਹਦਾ ਇੱਕ ਕਾਨੂੰਨਾ ਛੋਟਾ ਜਿਹਾ ਕਰਿੰਦਾ ਆ, ਤੇ ਸਾਨੂੰ ਅਕਸਰ ਮੌਕਾ ਮਿਲਦਾ ਆ, ਮਜ਼ਦੂਰ ਫੈਮਿਲੀ 'ਚੋਂ ਆ। ਮੇਰੇ ਲਈ ਤਾਂ 2 ਫੈਮਲੀਆਂ ਨੇ, ਇੱਕ ਤਾਂ ਜਿਹੜਾ ਸਰਮਾਏਦਾਰੀ ਹੈ, ਇੱਕ ਮਜ਼ਦੂਰ ਵਰਗ ਹੈ ਜਿਹੜਾ। ਕਿਉਂਕਿ ਜੇਕਰ ਦੇਖਿਆ ਜਾਵੇ ਕਿਸਾਨ ਨੂੰ, ਨੌਕਰੀ ਪੇਸ਼ੇ ਵਾਲੇ ਨੂੰ, ਵਪਾਰੀ ਨੂੰ, ਤੇ ਉਹ ਵੀ ਮਜ਼ਦੂਰ ਦੇ ਵਿੱਚ ਹੀ ਗਿਣਿਆ ਜਾਂਦਾ ਆ। ਸਾਨੂੰ ਇਸ ਗੱਲ ਲਈ ਯਾਦ ਰੱਖਣਾ ਚਾਹੀਦਾ ਹੈ ਵੀ ਅਸੀਂ ਕੋਈ ਸਰਮਾਏਦਾਰੀ ਨਹੀਂ ਹੈ। ਜੇ ਸਰਮਾਏਦਾਰੀ ਹੁੰਦੀ ਸਾਡੇ ਵਿੱਚ ਤਾਂ ਅਸੀਂ ਅੱਜ ਇਸ ਹਾਲ ਦੇ ਵਿੱਚ ਉਹਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਨਾ ਆਉਂਦੇ। ਬਾਕੀ ਗੱਲ ਰਹਿ ਗਈ ਸੋਚ ਦੀ, ਵੀ ਕਿਹੜੀ ਧਿਰ ਜ਼ਿਆਦਾ ਮਜ਼ਦੂਰਾਂ ਬਾਰੇ ਸੋਚਦੀ ਹੈ, ਕਿਹੜੀ ਧਿਰ ਮਜ਼ਦੂਰਾਂ ਬਾਰੇ ਘੱਟ ਸੋਚਦੀ ਹੈ। ਮਜ਼ਦੂਰ ਜੇਕਰ ਆਪਣੇ ਬਾਰੇ ਸੋਚ ਜਾਵੇ ਤਾਂ ਕਿਸੇ ਧਿਰ ਦੀ ਜ਼ਰੂਰਤ ਨਹੀਂ ਰਹਿੰਦੀ। ਤੁਸੀਂ ਆਪੋ ਆਪਣੀ ਜਗ੍ਹਾ, ਚਾਹੇ ਤੁਸੀਂ ਕਿਸਾਨੀ ਦੇ ਵਿੱਚੋਂ, ਚਾਹੇ ਤੁਸੀਂ ਵਪਾਰੀ ਵਰਗ ਦੇ ਵਿੱਚੋਂ ਆ, ਜੇਕਰ ਤੁਸੀਂ ਆਪਣੇ ਆਪ ਦੇ ਵਿੱਚ ਹੀ ਆਪਣੇ ਉਹਨਾਂ ਸੋਚਾਂ ਨੂੰ, ਉਹਨਾਂ ਵਿਚਾਰਾਂ ਨੂੰ ਨਾ ਤਾਂ ਕਿਸੇ ਕੋਲ ਲਿਆ ਜਾਵੇ ਤਾਂ ਨਾ ਕਿਸੇ ਕੋਲ ਹੋਇਆ ਜਾਵੇ। ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਹੱਕ ਖੋਣੇ ਪੈਂਦੇ ਆ, ਹੱਕ ਮੰਗਿਆ ਨਹੀਂ ਮਿਲਦੇ। ਪਰ ਕਿਉਂ ਨਹੀਂ, ਜੇ ਅਸੀਂ ਮਜ਼ਦੂਰ ਦਾ ਇੰਨਾ ਹੀ ਹਿੱਤ ਕਰਦੇ ਹਾਂ ਤਾਂ ਸਾਡੀ ਸੋਚ ਨੂੰ ਉਹਦੀ ਸੋਚ ਦੇ ਨਾਲ ਮਿਲਾਉਣ ਦੇ ਵਿੱਚ ਪ੍ਰੋਬਲਮ ਕਿੱਥੇ ਆਉਂਦੀ ਹੈ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਤ ਸੰਗਤ, ਕਰੋ ਰਸਨਾ ਪਵਿੱਤਰ, ਲਵਾਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਦਾਰ ਮੋਹਨ ਸਿੰਘ ਯਾਦਗਾਰ ਹਾਲ ਵਿੱਚ ਹਾਜ਼ਰੀ ਭਰ ਰਹੇ ਹਾਂ, ਜੋ ਬਹੁਤ ਮਹਾਨ ਦੇਣ ਡਾਕਟਰ ਅੰਬੇਦਕਰ ਜੀ ਦੀ, ਜੋ ਆਪਾਂ ਨੂੰ 1 ਮਈ 1923 ਨੂੰ ਜੋ ਮਜ਼ਦੂਰ ਦਿਵਸ ਬਹੁਤ ਜੰਗੀ ਪੱਧਰ 'ਤੇ ਉਹਨਾਂ ਨੇ ਆਪਾਂ ਨੂੰ ਦਿੱਤਾ, ਅਤੇ ਉਸ ਵਿੱਚ ਬਹੁਤ ਸਾਰੀਆਂ ਜੋ ਮਜ਼ਦੂਰਾਂ ਨੂੰ, ਜੋ ਆਪਣੇ ਕਿਰਤੀ ਕਿਸਾਨ ਜੋ ਵੀ ਉਹਨਾਂ ਨੂੰ ਜੋ ਦਿੱਤੀਆਂ ਦੇਣਾ, ਉਹਦੇ ਵਿੱਚ ਹਫ਼ਤੇ ਵਿੱਚ ਛੁੱਟੀ, ਮਹੀਨੇ ਵਿੱਚ 2 ਛੁੱਟੀਆਂ, ਪੈਨਸ਼ਨ, ਮਹਿੰਗਾਈ ਭੱਤਾ, ਇਹ ਬਹੁਤ ਸਾਰੀਆਂ ਦੇਣਾ ਡਾਕਟਰ ਅੰਬੇਦਕਰ ਦੀ ਦੇਣ 1 ਮਈ 1923 ਨੂੰ ਇਹ ਜੋ ਮਜ਼ਦੂਰ ਦਿਵਸ 'ਤੇ ਰੱਖੀਆਂ ਗਈਆਂ ਸਨ। ਅਤੇ ਆਪਾਂ ਜਿੱਥੇ ਅੱਜ ਦੇ ਦਿਹਾੜੇ ਨੂੰ ਸਮਰਪਿਤ ਹਾਂ, ਉੱਥੇ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਮਹਾਂ ਵਾਕ ਅਨੁਸਾਰ ਇਸ ਜੀਵਨ ਨੂੰ ਚੰਗੀ ਪੱਧਰ ਨਾਲ ਜਿਉਣ ਵਾਸਤੇ ਵੀ ਸੰਦੇਸ਼ ਦਿੱਤਾ, ਅਤੇ ਆਪਣੇ ਦੂਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ। ਅਤੇ ਮੈਂ ਸਾਰੇ ਹੀ ਲੋਕਾਈ ਨੂੰ ਜਿੱਥੇ 1 ਮਈ ਦੀ ਵਧਾਈ ਦਿੰਦਾ ਹਾਂ। ਡਾਕਟਰ ਅੰਬੇਦਕਰ ਜੀ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਇਹ ਬਹੁਤ। ਅਤੇ ਅੱਜ ਦੇ ਮੌਕੇ ਤੇ ਮੈਨੂੰ ਜਿੱਥੇ ਸ਼ਿਕਾਗੋ ਦੇ ਉਸ ਵੇਲੇ ਦੇ ਜਿਹੜੇ ਸੰਘਰਸ਼ਸ਼ੀਲ ਮਜ਼ਦੂਰ ਸੀ, ਉਹਨਾਂ ਨੂੰ ਅੱਜ ਦੇ ਮੌਕੇ 'ਤੇ ਯਾਦ ਕਰਨਾ ਜਿਹੜਾ ਆ ਸਾਡਾ ਫਰਜ਼ ਆ। ਤਾਂ ਮੈਨੂੰ ਅੱਜ ਇਹ ਵੀ ਯਾਦ ਆਉਂਦਾ ਆ ਵੀ ਜਦੋਂ
ਮੇਰੇ ਪਿਤਾ ਸਰਦਾਰ ਮੋਹਨ ਸਿੰਘ ਨੇ ਬਿਲਗੇ ਦੇ ਵਿੱਚ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ ਵਧਾਉਣ ਲਈ ਸੰਘਰਸ਼ ਲੜਿਆ ਸੀ। ਅਸੀਂ ਉਸ ਵੇਲੇ ਛੋਟੇ ਜਿਹੇ ਮੰਨ ਲਓ ਛੋਟੀ ਉਮਰ 'ਚ ਸੀ, ਤਾਂ ਉਹ ਜਿਹੜਾ ਉਸ ਵੇਲੇ ਦਾ ਜਿਹੜਾ ਉਹ ਹਾਲਾਤ ਆ ਉਹ ਅੱਜ ਦੇ ਸਮੇਂ ਨੂੰ ਦੇਖ ਕੇ ਯਾਦ ਆਉਂਦੇ ਆ। ਤਾਂ ਇੱਕ ਗੱਲ ਦਾ ਮਾਣ ਵੀ ਹੁੰਦਾ, ਖੁਸ਼ੀ ਵੀ ਆ ਤੇ ਪਿਤਾ ਨੇ ਜੇ ਇਹ ਲੜਾਈ ਲੜੀ ਆ ਤਾਂ ਅੱਜ ਮਾਸਟਰ ਪਰਸ਼ੋਤਮ ਲਾਲ ਜੀ ਨੇ ਜਿਹੜੇ ਅੱਜ ਇੱਥੇ ਜ਼ਿਕਰ ਕੀਤਾ ਆ ਵੀ ਅੱਜ ਉੱਥੇ ਹੀ ਉਹੀ ਜਿਹੜੀ ਜਮਾਤ ਆ ਕਹਿ ਸਕਦੇ ਆ ਉਹੀ ਇਹ ਜਿਹੜੀ ਸ਼ੁਰੂ ਆ। ਤਾਂ ਇਹਦੇ ਰਾਹੀਂ ਆਪਾਂ ਹੋਰ ਵੀ ਭਾਈਚਾਰਕ ਸਾਂਝ ਵੀ ਵਧਾਉਣੀ ਆ। ਤਾਂ ਜਿਹੜਾ ਵੱਧ ਤੋਂ ਵੱਧ ਗਿਆਨ ਲੈਣਾ ਤੇ ਵੰਡਣਾ ਜਿਹੜਾ ਹੈ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।